स्टूडेंट बेटा अज आपां व्याकरण करांगे। ਜਦੋਂ ਆਪਾਂ ਕਿਸੇ ਵੀ ਭਾਸ਼ਾ ਨੂੰ ਸਿੱਖਦੇ ਹਾਂ ਤਾਂ ਉਹਨੂੰ ਸਿੱਖਣ ਲਈ ਕੁਝ ਨਿਯਮ ਹੁੰਦੇ ਆ ਤੇ ਉਹਨਾਂ ਨਿਯਮਾਂ ਨੂੰ ਜਦੋਂ ਆਪਾਂ ਵਰਤਦੇ ਹਾਂ ਉਸ ਭਾਸ਼ਾ ਨੂੰ ਸਿੱਖਣ ਵਾਸਤੇ ਤਾਂ ਉਹਨੂੰ ਵਿਆਕਰਨ ਕਹਿੰਦੇ ਆ। ਠੀਕ ਹੈ, ਇਸ ਲਈ ਤੁਹਾਨੂੰ ਦੱਸਦੇ ਹਾਂ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਹੜੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਵਿਆਕਰਨ ਕਹਿੰਦੇ ਆ। ਠੀਕ ਹੈ, ਵਿਆਕਰਨ ਦੇ ਮੁੱਖ ਤੌਰ 'ਤੇ 4 ਭਾਗ ਹੁੰਦੇ ਆ। ਉਹ ਤੁਹਾਨੂੰ ਦੱਸਦੇ ਆ ਕਿਹੜੇ ਕਿਹੜੇ ਹੁੰਦੇ ਆ। ਧੁਨੀ ਬੋਧ, ਅੱਖਰ ਬੋਧ ਜਾਂ ਵਰਨ ਬੋਧ। ਠੀਕ ਹੈ, ਪਹਿਲੇ ਨੰਬਰ 'ਤੇ ਇਹ ਆ ਗਿਆ। ਦੂਸਰੇ 'ਤੇ ਆ ਗਿਆ ਸ਼ਬਦ ਬੋਧ। ਤੀਸਰਾ ਅਰਥ ਬੋਧ। ਚੌਥਾ ਵਾਕ ਬੋਧ। ਧੁਨੀ ਕੀ ਹੈ? ਧੁਨੀ ਰਜੇ ਆਪਣੀ ਇੱਕ ਛੋਟੀ ਜਿਹੀ ਆਪਾਂ ਕਹਿ ਸਕਦੇ ਹਾਂ ਭਾਸ਼ਾ ਦੀ ਇੱਕ ਛੋਟੀ ਜਿਹੀ ਇਕਾਈ ਆ। ਠੀਕ ਹੈ, ਜੋ ਵੀ ਸਾਡੇ ਮੂੰਹ 'ਚੋਂ ਆਵਾਜ਼ਾਂ ਨਿਕਲਦੀਆਂ ਉਹਨੂੰ ਆਪਾਂ ਧੁਨੀ ਦਾ ਨਾਂ ਦਿੰਦੇ ਹਾਂ। ਠੀਕ ਹੈ, ਜਾਂ ਅੱਖਰ ਬੋਧ ਕਹਿੰਦੇ ਹਾਂ। ਦੂਸਰਾ ਆ ਗਿਆ ਸ਼ਬਦ ਬੋਧ, ਜਿਵੇਂ ਕਿ ਜਦੋਂ ਆਪਾਂ ਧੁਨੀਆਂ ਦੇ ਮੇਲ ਤੋਂ ਸ਼ਬਦ ਬਣਦਾ। ਧੁਨੀ ਆ ਗਈ ਜਿਵੇਂ ਘੱਗਾ, ਘੱਗਾ ਧੁਨੀ ਹੈ ਰਾਰਾ। ਠੀਕ ਹੈ, ਘੱਗਾ ਅਤੇ ਰਾਰਾ। ਹੁਣ ਇਹ ਜਿਹੜਾ ਸਾਊਂਡ ਇਹਦੇ ਵਿੱਚ ਆਇਆ, ਠੀਕ ਹੈ, ਧੁਨੀ ਆਈ ਹੈ, ਉਹਨਾਂ ਨੂੰ ਜੋੜ ਕੇ ਕੀ ਬਣ ਗਿਆ? ਘਰ। ਠੀਕ ਹੈ, ਤਾਂ ਘਰ ਕੀ ਆ ਗਿਆ? ਸ਼ਬਦ। ਬੋਧ ਦਾ ਮਤਲਬ ਹੁੰਦਾ ਗਿਆਨ, ਤਾਂ ਘੱਗਾ ਰਾਰਾ ਘਰ, ਇਹ ਬਣ ਗਿਆ ਸ਼ਬਦ। ਠੀਕ ਹੈ, ਤਾਂ ਇਹ ਜਿਹੜੀਆਂ 2 ਧੁਨੀਆਂ ਸੀ ਇਹਨਾਂ ਨੂੰ ਜੋੜ ਕੇ ਘਰ ਬਣ ਗਿਆ। ਠੀਕ ਹੈ, ਘੱਗਾ ਅਤੇ ਰਾਰਾ ਧੁਨੀ ਨੂੰ ਜੋੜਿਆ ਆਪਾਂ ਅਤੇ ਘਰ ਬਣਾ ਲਿਆ। ਇਸੇ ਤਰ੍ਹਾਂ ਹੀ ਜਿਵੇਂ ਆਪਾਂ ਕਹਿ ਸਕਦੇ ਹਾਂ ਜਿੱਜਾ ਲੱਲਾ, ਜਿੱਜਾ ਅੱਡ ਧੁਨੀ ਆ ਗਈ, ਲੱਲਾ ਆ ਗਈ ਅਤੇ ਇਹਦਾ ਬਣ ਗਿਆ ਜਲ। ਠੀਕ ਹੈ, ਤਾਂ ਇਹ ਸ਼ਬਦ ਕੀ ਬਣ ਗਿਆ? ਜਲ। ਤਾਂ ਠੀਕ ਹੈ, ਉਸ ਤੋਂ ਅਗਲੇ ਇਹ ਕੀ ਹੈ? ਸ਼ਬਦ ਬੋਧ, ਜਿਹੜਾ ਧੁਨੀਆਂ ਦੇ ਮੇਲ ਤੋਂ ਬਣਦਾ ਹੈ। ਉਸ ਤੋਂ ਅੱਗੇ ਆ ਗਿਆ ਅਰਥ ਬੋਧ। ਅਰਥ ਬੋਧ ਤੋਂ ਭਾਵ ਹੁੰਦਾ ਰਜੇ ਵਿਆਖਿਆ ਕਰਨੀ, ਕਿਸੇ ਚੀਜ਼ ਦਾ ਅਰਥ ਕਰਨਾ। ਜਿਵੇਂ ਹੁਣ ਆਪਾਂ ਘਰ ਦੀ ਹੀ ਵਿਆਖਿਆ ਕਰ ਲਈਏ, ਇੱਕ ਹਿਸਾਬ ਨਾਲ ਦੇਖੀਏ ਤਾਂ ਜਿਹੜਾ ਘਰ ਹੈ ਉਹਨੂੰ ਉਹ ਆਪਾਂ ਵਿਆਖਿਆ ਕਰਾਂਗੇ ਤਾਂ ਉਹ ਥਾਂ ਜਿੱਥੇ ਕਿ ਅਸੀਂ ਰਹਿੰਦੇ ਹਾਂ। ਠੀਕ ਹੈ, ਇਹਦਾ ਕੀ ਆ ਗਿਆ? ਅਰਥ ਆ ਗਿਆ। ਤਾਂ ਜਲ ਦਾ ਕੀ ਆ ਗਿਆ? ਪਾਣੀ, ਜੋ ਅਸੀਂ ਪੀਂਦੇ ਹਾਂ। ਠੀਕ ਹੈ, ਸਾਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਹੈ, ਆਪਾਂ ਪਾਣੀ ਪੀਂਦੇ ਹਾਂ ਨਾ ਤਾਂ ਆਪਣੀ ਪਿਆਸ ਬੁਝਦੀ ਹੈ। ਉਸੇ ਤਰ੍ਹਾਂ ਹੀ ਕੀ ਹੈ, ਜਦੋਂ ਅਸੀਂ ਕਿਸੇ ਸ਼ਬਦਾਂ ਦੇ ਵਿਆਖਿਆ ਕਰਦੇ ਹਾਂ ਤਾਂ ਉਹਨੂੰ ਅਰਥ ਬੋਧ ਕਹਿੰਦੇ ਆ। ਅੱਗੇ ਆ ਗਿਆ ਵਾਕ ਬੋਧ। ਵਾਕ ਬੋਧ ਹੁੰਦਾ ਬੇਟਾ ਜਦੋਂ ਕਿਸੇ ਵੀ ਸ਼ਬਦ ਨੂੰ ਅਸੀਂ ਕੀ ਹੈ ਪੂਰੀ ਲਾਈਨ ਦੇ ਵਿੱਚ ਪੜ੍ਹਦੇ ਹਾਂ, ਉਹਨੂੰ ਵਾਕ ਬੋਧ ਕਹਿੰਦੇ ਆ। ਜਿਵੇਂ ਕਿ ਇੱਥੇ ਲਿਖਿਆ ਦੇਖੋ, ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਹੜੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਤਾਂ ਕੀ ਹੈ ਜਿਹੜਾ ਆਹ ਦੇਖੋ ਵਿਆਕਰਨ ਕਿਹਾ ਜਾਂਦਾ, ਲਾਈਨ ਬਣ ਗਈ, ਜਾਂ ਜਿਹੜੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਾਰੇ ਕੀ ਹੈ? ਵਾਕ ਬੋਧ ਆ ਗਿਆ, ਕਿਉਂਕਿ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਕੀ ਹੈ? ਵਾਕ ਬਣ ਗਿਆ। ਜਦੋਂ ਆਪਾਂ ਸ਼ਬਦਾਂ ਦੀ ਵਰਤੋਂ ਕਰਕੇ ਕੋਈ ਇੱਕ ਕਹਿ ਸਕਦੇ ਹਾਂ ਇੱਕ ਲਾਈਨ ਲਿਖੀ ਹੈ, ਇਹਨੂੰ ਅਸੀਂ ਕਹਾਂਗੇ ਵਾਕ ਬੋਧ। ਠੀਕ ਹੈ, ਤਾਂ ਉਸ ਤੋਂ ਅੱਗੇ ਅਸੀਂ ਕੀ ਹੈ ਇਹਦੇ ਭਾਸ਼ਾ ਕਰਾਂਗੇ, ਭਾਸ਼ਾ ਜਾਂ ਬੋਲੀ। ਜਦੋਂ ਬੱਚੇ ਆਪਾਂ ਕਿਸੇ ਆਪਣੇ ਮਨ ਦੇ ਭਾਵ ਨੂੰ ਕਿਸੇ ਦੇ ਸਾਹਮਣੇ ਪੇਸ਼ ਕਰਦੇ ਹਾਂ, ਠੀਕ ਹੈ, ਇਹ ਇੱਕ ਅਜਿਹਾ ਸਾਧਨ ਹੈ ਭਾਸ਼ਾ ਅਤੇ ਬੋਲੀ ਕਿ ਜਿਸ ਦੇ ਰਾਹੀਂ ਅਸੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖ ਦੇ ਨਾਲ ਸਾਂਝਾ ਕਰਦਾ ਹੈ, ਉਸ ਨੂੰ ਭਾਸ਼ਾ ਕਿਹਾ ਜਾਂਦਾ ਜਾਂ ਆਪਾਂ ਇਹਨੂੰ ਬੋਲੀ ਕਹਿ ਸਕਦੇ ਹਾਂ। ਠੀਕ ਹੈ, ਤਾਂ ਇਹ ਕੀ ਹੈ? 2 ਤਰ੍ਹਾਂ ਦੀ ਹੁੰਦੀ ਹੈ, ਆਮ ਬੋਲਚਾਲ ਦੀ ਭਾਸ਼ਾ ਅਤੇ ਸਾਹਿਤਕ ਭਾਸ਼ਾ। ਆਮ ਬੋਲਚਾਲ ਦੀ ਭਾਸ਼ਾ ਕਿਹੜੀ ਹੈ? ਜਿਹੜੀ ਕੀ ਹੈ ਜਦੋਂ ਅਸੀਂ ਕਿਸੇ ਨੂੰ ਆਪਣੀ ਗੱਲ ਦੱਸ ਰਹੇ ਹੁੰਦੇ ਹਾਂ ਪਰ ਅਸੀਂ ਕੁਝ ਸ਼ਬਦ ਕੀ ਹੈ ਅਧੂਰੇ ਛੱਡ ਦਿੰਦੇ ਹਾਂ, ਪਰ ਸਾਹਮਣੇ ਵਾਲਾ ਸਾਡੀ ਗੱਲ ਸਮਝ ਜਾਂਦਾ ਤਾਂ ਇਹਨੂੰ ਅਸੀਂ ਕੀ ਹੈ ਆਮ ਬੋਲਚਾਲ ਦੀ ਭਾਸ਼ਾ ਕਹਿ ਦਿੰਦੇ ਹਾਂ। ਜਿਹੜੀ ਸਾਹਿਤਕ ਭਾਸ਼ਾ ਜਾਂ ਟਕਸਾਲੀ ਭਾਸ਼ਾ ਇਹ ਰਜੇ ਆਪਾਂ ਲਿਖ ਕੇ ਦੱਸਦੇ ਹਾਂ ਕਿਸੇ ਨੂੰ। ਠੀਕ ਹੈ, ਜਦੋਂ ਅਸੀਂ ਆਪਣੇ ਮਨ ਦੇ ਭਾਵ ਲਿਖ ਦੇ ਰੂਪ ਵਿੱਚ ਕਿਸੇ ਦੇ ਸਾਹਮਣੇ ਪੇਸ਼ ਕਰਦੇ ਹਾਂ ਤਾਂ ਉਹਨੂੰ ਸਾਹਿਤਕ ਭਾਸ਼ਾ ਕਿਹਾ ਜਾਂਦਾ ਹੈ। ਤਾਂ ਸਾਹਿਤਕ ਭਾਸ਼ਾ ਨੂੰ ਲਿਖਣ ਵਾਸਤੇ ਕੀ ਹੈ ਕੁਝ ਵਰਨ ਆਪਾਂ ਵਰਤੋਂ ਕਰਦੇ ਹਾਂ ਅਤੇ ਚਿੰਨ੍ਹਾਂ ਦੀ ਵਰਤੋਂ ਕਰਦੇ, ਉਹਨਾਂ ਨੂੰ ਬੋਲਦੇ ਆ ਲਿਪੀ। ਠੀਕ ਹੈ, ਅੱਗੇ ਆਪਾਂ ਲਿਪੀ ਪੜ੍ਹਾਂਗੇ। ਦੇਖੋ, ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਦੇ ਸਮੂਹ ਨੂੰ ਲਿਪੀ ਆਖਦੇ ਆ। ਠੀਕ ਹੈ, ਹੁਣੇ ਤੁਹਾਨੂੰ ਮੈਂ ਦੱਸ ਕੇ ਹਟੀ ਹਾਂ ਨਾ ਪਹਿਲਾਂ ਵੀ ਜਿਹੜੇ ਕੀ ਆ ਅਸੀਂ ਸ਼ਬਦ ਨੂੰ ਲਿਖਣ ਵਾਸਤੇ, ਭਾਸ਼ਾ ਜਾਂ ਬੋਲੀ ਨੂੰ ਲਿਖਣ ਵਾਸਤੇ ਜਿਹੜੇ ਕੀ ਆ ਵਰਨਾਂ ਦੀ ਵਰਤੋਂ ਕਰਦੇ ਹਾਂ ਜਾਂ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਅਸੀਂ ਕੀ ਆ ਸਮੂਹ ਨੂੰ ਉਹਨਾਂ ਦੇ ਨੂੰ ਲਿਪੀ ਆਖਦੇ ਹਾਂ। ਠੀਕ ਹੈ, ਤਾਂ ਉਸ ਤੋਂ ਅੱਗੇ ਕੀ ਹੈ ਪੰਜਾਬੀ ਭਾਸ਼ਾ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਗੁਰਮੁਖੀ ਲਿਪੀ ਕੀ ਹੈ? ਜੋ ਅਸੀਂ ਆਪਾਂ ਭਾਸ਼ਾ ਦੇ ਵਿੱਚ ਜਿਹੜੇ ਵਰਨ ਯੂਜ਼ ਕਰਦੇ ਹਾਂ। ਠੀਕ ਹੈ, ਵਰਨਮਾਲਾ ਨੂੰ ਵੀ ਕਿਹਾ ਜਾਂਦਾ ਇਹਨੂੰ। ਠੀਕ ਹੈ, ਗੁਰਮੁਖੀ ਲਿਪੀ ਨੂੰ ਵਰਨਮਾਲਾ ਕਹਿੰਦੇ ਹਾਂ। ਤਾਂ ਉਸ ਤੋਂ ਅੱਗੇ ਕੀ ਹੈ ਵਰਨਮਾਲਾ ਪੜ੍ਹਦੇ ਹਾਂ। ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਤਾਂ ਪੰਜਾਬੀ ਭਾਸ਼ਾ ਨੂੰ ਲਿਖਣ ਵਾਸਤੇ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਤਾਂ ਜਿਹੜੀ ਗੁਰਮੁਖੀ ਵਰਨਮਾਲਾ ਹੈ ਜਦੋਂ ਅਸੀਂ ਕੀ ਹੈ ਜਿਹੜੇ ਵਰਨ ਹੈਗੇ ਆਪਣੇ ਕੋਲੇ ਉਹਨਾਂ ਨੂੰ ਕੀ ਹੈ
ਤਰਤੀਬ ਦੇ ਵਿੱਚ ਲਿਖਦੇ ਹਾਂ ਤਾਂ ਉਹਨੂੰ ਗੁਰਮੁਖੀ ਵਰਨਮਾਲਾ ਦਾ ਨਾਂ ਦਿੰਦੇ ਹਾਂ। ਅਤੇ ਇਹਦੇ ਵਿੱਚ ਜਿਹੜੀ ਗੁਰਮੁਖੀ ਲਿਪੀ ਹੈ 35 ਅੱਖਰ ਹੁੰਦੇ ਆ ਅਤੇ ਇਹਨੂੰ ਅਸੀਂ 35 ਅੱਖਰੀ ਵੀ ਕਹਿੰਦੇ ਹਾਂ। ਠੀਕ ਹੈ, ਤਾਂ ਇਹ ਜਿਹੜੇ ਵਰਨ ਹੈਗੇ ਆ ਇਹ ਤੁਹਾਨੂੰ ਅਸੀਂ ਅੱਗੇ ਆਪਾਂ ਪੜ੍ਹਦੇ ਹਾਂ। ਠੀਕ ਹੈ, ਜਿਵੇਂ ਬੱਚੇ ਤੁਸੀਂ ਦੇਖਦੇ ਆ ਕਿ ਜਦੋਂ ਆਪਾਂ ਪੰਜਾਬੀ ਭਾਸ਼ਾ ਨੂੰ ਸਿੱਖਣ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਹੈ, ਇਹ ਵਰਨਮਾਲਾ ਦੇ ਜਿਹੜੇ 35 ਅੱਖਰ ਆ ਇਹ ਸਿੱਖਦੇ ਹਾਂ। ਠੀਕ ਹੈ, ਤਾਂ ਇਹਨੂੰ ਵੀ ਅਸੀਂ ਕੀ ਹੈ, ਇਹ 10 ਵਰਗਾਂ ਦੇ ਵਿੱਚ ਵੰਡਿਆ ਹੋਇਆ। ਉਹ ਤੁਹਾਨੂੰ ਵਰਗ ਦੱਸਦੇ, ਜਿਹੜਾ ਮੁੱਖ ਵਰਗ ਹੈ ਉਹਦੇ ਵਿੱਚ 5 ਆ ਗਏ। ਠੀਕ ਹੈ, ਊੜਾ, ਆੜਾ, ਈੜੀ, ਸੱਸਾ ਅਤੇ ਹਾਹਾ। ਤਾਂ ਇਹ ਕੀ ਹੈ, ਮੁੱਖ ਵਰਗ ਆ ਗਿਆ। ਉਸ ਤੋਂ ਅਗਲੀ ਲਾਈਨ ਹੈ ਕੱਕਾ, ਖੱਖਾ, ਗੱਗਾ, ਘੱਗਾ, ਗੰਗਾ, ਅਤੇ ਇਹਨੂੰ ਅਸੀਂ ਕੀ ਆ, ਕੱਕਾ ਵਰਗ ਦਾ ਨਾਂ ਦਿੱਤਾ ਹੈ। ਉਸ ਤੋਂ ਅੱਗੇ ਚੇਚਾ ਵਰਗ, ਚਿੱਚਾ, ਛਿੱਛਾ, ਜਿੱਜਾ, ਝਿੱਜਾ, ਨਈਆਂ। ਉਸ ਤੋਂ ਅੱਗੇ ਟੈਂਕਾ ਵਰਗ, ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ। ਉਸ ਤੋਂ ਅੱਗੇ ਤੱਤਾ ਵਰਗ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਫਿਰ ਪੱਪਾ ਵਰਗ ਆ ਗਿਆ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ। ਫਿਰ ਅੰਤਿਮ ਵਰਗ ਆ ਗਿਆ ਯਈਆ, ਰਾਰਾ, ਲੱਲਾ, ਵਾਵਾ, ਡਾੜਾ। ਤਾਂ ਡਾੜੇ ਤੱਕ ਕੀ ਹੈ, ਸਾਡੇ 35 ਅੱਖਰ ਪੂਰੇ ਹੋ ਗਏ। ਠੀਕ ਹੈ, ਗੁਰਮੁਖੀ ਵਰਨਮਾਲਾ ਦੇ ਵਿੱਚ 35 ਅੱਖਰ ਸੀ ਅਤੇ ਵਿਆਕਰਨ ਦੇ ਨਿਯਮਾਂ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਤਾਂ ਇਸ ਕਰਕੇ ਕੀ ਹੈ, ਇਹਦੇ ਵਿੱਚ 6 ਅੱਖਰ ਆ ਜਿਹੜੇ ਆ ਨਵੀਨ ਵਰਗ, ਨਵਾਂ ਵਰਗ ਜੋੜਿਆ ਗਿਆ। ਠੀਕ ਹੈ, 35 ਅੱਖਰੀ ਦੇ ਵਿੱਚ ਇਹ ਹੈਗੇ ਆ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜਿੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। ਤਾਂ ਇਹ ਕੀ ਹੈ, ਨਵਾਂ ਵਰਗ ਜੁੜਿਆ ਅਤੇ ਇਹ ਸਾਰੇ ਅੱਖਰ ਵਰਨਮਾਲਾ ਦੇ ਵਿੱਚ ਹੁਣ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਜਦੋਂ ਕੀ ਹੈ ਅਸੀਂ ਭਾਸ਼ਾ ਲਿਖਦੇ ਹਾਂ। ਅੱਗੇ ਬੱਚੇ ਆਪਾਂ ਇਹਨਾਂ ਨੂੰ ਕੀ ਆ, ਸਵਰ ਕਰਾਂਗੇ। ਤਾਂ ਜਿਨ੍ਹਾਂ ਅੱਖਰਾਂ ਨੂੰ ਬੋਲਣ ਸਮੇਂ, ਉਚਾਰਨ ਸਮੇਂ ਸਾਨੂੰ ਕੋਈ ਵੀ ਰੁਕਾਵਟ ਨਹੀਂ ਆਉਂਦੀ। ਠੀਕ ਹੈ, ਜਦੋਂ ਅਸੀਂ ਕੋਈ ਅੱਖਰਾਂ ਦਾ ਉਚਾਰਨ ਕਰਦੇ ਹਾਂ ਤਾਂ ਉਦੋਂ ਸਾਨੂੰ ਕੀ ਆ, ਬੋਲਣ ਸਮੇਂ ਕੋਈ ਰੁਕਾਵਟ ਨਹੀਂ ਆਉਂਦੀ, ਉਹਨਾਂ ਨੂੰ ਸਵਰ ਕਹਿੰਦੇ ਆ। ਤਾਂ ਗੁਰਮੁਖੀ ਲਿਪੀ ਦੇ ਵਿੱਚ ਸਿਰਫ 3 ਸਵਰ ਹੈ, ਉਹ ਹਨ ਊੜਾ, ਆੜਾ ਅਤੇ ਈੜੀ। ਦੇਖੋ ਜਦੋਂ ਆਪਾਂ ਬੋਲਦੇ ਹਾਂ ਨਾ, ਤੁਸੀਂ ਵੀ ਟਰਾਈ ਕਰਕੇ ਦੇਖੋ, ਤਾਂ ਇਹਦੇ ਬੋਲਣ ਸਮੇਂ ਕੋਈ ਵੀ ਰੁਕਾਵਟ ਨਹੀਂ ਆਊਗੀ, ਊੜਾ, ਆੜਾ ਅਤੇ ਈੜੀ। ਠੀਕ ਹੈ, ਇਹ 3 ਕੀ ਆ, ਗੁਰਮੁਖੀ ਲਿਪੀ ਦੇ ਸਵਰ ਹੈ। ਉਸ ਤੋਂ ਅੱਗੇ ਆਪਾਂ ਵਿਅੰਜਨ ਕਰਦੇ ਹਾਂ। ਉਹ ਧੁਨੀਆਂ ਜਿਨ੍ਹਾਂ ਨੂੰ ਬੋਲਣ ਸਮੇਂ ਜਾਂ ਉਚਾਰਨ ਸਮੇਂ ਥੋੜ੍ਹੀ ਬਹੁਤ ਰੁਕਾਵਟ ਪੈਦਾ ਹੋਵੇ, ਉਹਨਾਂ ਨੂੰ ਅਸੀਂ ਵਿਅੰਜਨ ਕਹਿੰਦੇ ਹਾਂ। ਦੇਖੋ, ਸਵਰ ਸੀ ਜਿਨ੍ਹਾਂ ਨੂੰ ਬੋਲਣ ਸਮੇਂ ਕੋਈ ਰੁਕਾਵਟ ਨਹੀਂ ਸੀ ਆਉਂਦੀ, ਅਤੇ ਵਿਅੰਜਨ ਆ ਜਿਨ੍ਹਾਂ ਨੂੰ ਬੋਲਣ ਦੇ ਸਮੇਂ ਥੋੜ੍ਹੀ ਜਿਹੀ ਰੁਕਾਵਟ ਆਉਂਦੀ ਹੈ। ਠੀਕ ਹੈ, ਤਾਂ ਉਹਨਾਂ ਨੂੰ ਅਸੀਂ ਵਿਅੰਜਨ ਕਹਿੰਦੇ ਹਾਂ। ਤਾਂ ਗੁਰਮੁਖੀ ਲਿਪੀ ਦੇ ਵਿੱਚ ਕੀ ਹੈ, ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਵਿਅੰਜਨ ਆ, ਅਤੇ ਇਹ ਸਾਰੇ ਕਿੰਨੇ ਆ, 38 ਵਿਅੰਜਨ ਅੱਖਰ ਹੁੰਦੇ ਆ। ਠੀਕ ਹੈ, ਗੁਰਮੁਖੀ ਲਿਪੀ ਦੇ ਵਿੱਚ ਜਿਵੇਂ ਕਿ ਆਪਾਂ ਪੜ੍ਹਿਆ ਸੀ ਉੱਪਰ। ਠੀਕ ਹੈ, ਇਹਦੇ ਵਿੱਚ ਊੜਾ, ਆੜਾ ਅਤੇ ਈੜੀ ਕੀ ਹੈ, ਸਵਰ ਹੈ, ਅਤੇ ਆਹ ਸੱਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਕੀ ਆ, ਵਿਅੰਜਨ ਆ। ਠੀਕ ਹੈ, ਉਸ ਤੋਂ ਅੱਗੇ ਬੱਚੇ ਆਪਾਂ ਪੜ੍ਹਦੇ ਹਾਂ ਦੁੱਤ ਅੱਖਰ। ਦੁੱਤ ਅੱਖਰ ਕੀ ਹੁੰਦੇ ਆ, ਇਹ 2 ਅੱਖਰਾਂ ਦੇ ਮੇਲ ਤੋਂ ਬਣਦੇ ਆ। ਠੀਕ ਹੈ, ਅਤੇ ਇਹਦੇ ਵਿੱਚ ਕੀ ਆ, ਇੱਕ ਅੱਖਰ ਦੇ ਪੈਰ ਵਿੱਚ ਲਾਇਆ ਜਾਂਦਾ ਇਹਨਾਂ ਨੂੰ ਅਤੇ ਲਿਖਿਆ ਜਾਂਦਾ। ਜਿਵੇਂ ਕਿ ਆਪਾਂ ਅੱਗੇ ਐਗਜ਼ਾਮਪਲ ਦਿਖਾਉਂਦੇ ਹਾਂ ਤੁਹਾਨੂੰ। ਠੀਕ ਹੈ, ਦੁੱਤ ਅੱਖਰ ਕਿਹਾ ਜਾਂਦਾ ਉਹਨਾਂ ਨੂੰ। ਇਹ 3 ਹੁੰਦੇ ਆ, ਹਾਹਾ, ਰਾਰਾ ਅਤੇ ਵਾਵਾ। ਹਾਹਾ ਕੀ ਹੈ, ਇਹਨੂੰ ਵਰਤੋਂ ਕਰਕੇ ਹਾਹੇ ਨੂੰ ਪੈਰ ਦੇ ਵਿੱਚ ਆਪਾਂ ਅੱਗੇ ਤੁਹਾਨੂੰ ਉਦਾਹਰਨ ਦਿੱਤੀ ਹੈ। ਪੱਪਾ ਡਾੜੇ ਦੇ ਪੈਰ 'ਚ ਹਾਹਾ, ਪੜ੍ਹ। ਪੱਪਾ ਡਾੜੇ ਦੇ ਪੈਰ 'ਚ ਹਾਹਾ, ਕੰਨਾਂ ਅਤੇ ਈੜੀ ਬਿਹਾਰੀ ਕੀ ਬਣ ਗਿਆ, ਪੜ੍ਹਾਈ। ਠੀਕ ਹੈ, ਜਿੱਜਾ, ਡਾੜਾ ਅਤੇ ਪੈਰ 'ਚ ਹਾਹਾ, ਇਹ ਬਣ ਗਿਆ ਜੜ। ਤਾਂ ਕੀ ਹੈ, ਇਹ ਜਿਹੜੇ ਦੁੱਤ ਅੱਖਰ ਹੁੰਦੇ ਆ 2 ਅੱਖਰਾਂ ਦੇ ਮੇਲ ਤੋਂ ਬਣਦੇ ਆ। ਤਾਂ ਕੀ ਹੈ, ਡਾੜਾ ਅਤੇ ਹਾਹਾ ਜਦੋਂ ਆਪਾਂ ਬੋਲਦੇ ਹਾਂ, ਦੇਖੋ ਜੜ, ਅਤੇ ਇਹਦੇ ਵਿੱਚ ਕੀ ਆ, ਹਾਹੇ ਦੀ ਆਵਾਜ਼ ਆਉਂਦੀ, ਧੁਨੀ ਦੀ ਨਿਕਲਦੀ ਆ। ਠੀਕ ਹੈ, ਉਸ ਤੋਂ ਅੱਗੇ ਆ ਗਿਆ ਰਾਰਾ। ਰਾਰਾ ਦੇਖੋ, ਰਾਰੇ ਦੀ ਵਰਤੋਂ ਕੀਤੀ ਹੈ, ਇਹ ਪੈਰ 'ਚ ਲੱਗਦੀ ਹੈ। ਇਹ ਵੀ ਪੱਪੇ ਦੇ ਪੈਰ 'ਚ ਰਾਰਾ, ਇਸ ਨੂੰ ਬਿਹਾਰੀ ਪੱਪੇ ਨੂੰ, ਅਤੇ ਤੱਤਾ ਕੀ ਬਣ ਗਿਆ, ਪ੍ਰੀਤ। ਪੱਪੇ ਦੇ ਪੈਰ 'ਚ ਰਾਰਾ, ਕੱਕੇ ਨੂੰ ਕੰਨਾ, ਰਾਰਾ, ਪ੍ਰਕਾਰ। ਇਸੇ ਤਰ੍ਹਾਂ ਹੀ ਇੱਕ ਹੋਰ ਉਦਾਹਰਨ ਹੈ, ਪੱਪੇ ਦੇ ਪੈਰ 'ਚ ਰਾਰਾ, ਸੱਸੇ ਪੈਰ ਬਿੰਦੀ, ਨੰਨਾ, ਪ੍ਰਸ਼ਨ, ਜੋ ਕਿ ਅਸੀਂ ਜਦੋਂ ਆਪਾਂ ਲੈਸਨ ਪੜ੍ਹਦੇ ਹਾਂ ਅਤੇ ਪ੍ਰਸ਼ਨ ਉੱਤਰ ਕਰਦੇ ਹਾਂ। ਠੀਕ ਹੈ, ਉਹ ਹੋ ਗਿਆ। ਉਸ ਤੋਂ ਅੱਗੇ ਵਾਵੇ ਦੀ ਵਰਤੋਂ, ਅਤੇ ਵਾਵੇ ਦੀ ਵਰਤੋਂ ਵੀ ਪੈਰ 'ਚ ਕਰਕੇ ਉਦਾਹਰਨਾਂ ਲਿਖੀਆਂ 2, ਸਵੈ ਮਾਨ ਅਤੇ ਸਵੈ ਜੀਵਨੀ। ਠੀਕ ਹੈ, ਅਤੇ ਸੱਸੇ ਦੇ ਪੈਰ 'ਚ ਵਾਵਾ ਲਾ ਕੇ ਸੱਸੇ ਨੂੰ ਦੁਲਾਵਾਂ, ਸਵੈ ਬਣ ਗਿਆ। ਠੀਕ ਹੈ, ਸਵੈ ਮਾਨ। ਤਾਂ ਆਪਾਂ ਜਦੋਂ ਇਹਨਾਂ ਨੂੰ ਉਚਾਰਨ ਕਰਦੇ ਹਾਂ ਤਾਂ ਇਹ ਅੱਖਰਾਂ ਦੀ ਕੀ ਹੈ, ਜੋ ਧੁਨੀ ਹੈ ਉਹ ਪ੍ਰਗਟ ਹੁੰਦੀ ਹੈ। ਠੀਕ ਹੈ, ਉਸ ਤੋਂ ਅੱਗੇ ਬੱਚੇ ਆਪਾਂ ਅਨੁਨਾਸਕੀ ਵਿਅੰਜਨ ਕਰਾਂਗੇ। ਹਾਂਜੀ, ਅਨੁਨਾਸਕੀ ਵਿਅੰਜਨ ਕੀ ਹੈ, ਜਿਨ੍ਹਾਂ ਅੱਖਰਾਂ ਦੇ ਬੋਲਣ ਸਮੇਂ ਕੁਝ ਆਵਾਜ਼ ਕੀ ਹੈ, ਨੱਕ ਦੇ ਵਿੱਚੋਂ ਨਿਕਲਦੀ ਹੈ, ਉਹਨਾਂ ਨੂੰ ਅਸੀਂ ਅਨੁਨਾਸਕੀ ਵਿਅੰਜਨ ਆਖਾਂਗੇ। ਜਿਵੇਂ ਗੰਗਾ, ਨਈਆਂ, ਨਾਣਾ, ਨੰਨਾ ਅਤੇ ਮੰਮਾ। ਹੁਣ ਦੇਖੋ, ਜਦੋਂ ਆਪਾਂ ਇਹਨਾਂ ਦਾ ਉਚਾਰਨ ਕਰਦੇ ਹਾਂ ਤਾਂ ਜਿਹੜੀ ਧੁਨੀ ਕੀ ਹੈ, ਉਹ ਨੱਕ ਰਾਹੀਂ ਆਵਾਜ਼ ਆਉਂਦੀ ਹੈ ਆਪਣੀ। ਠੀਕ ਹੈ, ਤਾਂ ਇਹਨੂੰ ਆਪਾਂ ਜਿਹੜੀ ਨੱਕ ਰਾਹੀਂ ਆਵਾਜ਼ ਨਿਕਲਦੀ ਹੈ, ਇਹਨੂੰ ਅਸੀਂ ਅਨੁਨਾਸਕੀ ਵਿਅੰਜਨ ਕਹਿੰਦੇ ਹਾਂ।
ਠੀਕ ਹੈ, ਇੰਨਾ ਕੁ ਤੁਹਾਨੂੰ ਸਮਝ ਆ ਗਿਆ ਹੋਊਗਾ। ਬਾਕੀ ਆਪਾਂ ਅਗਲੇ ਵੀਡੀਓ ਦੇ ਵਿੱਚ ਕਰਾਂਗੇ। ਠੀਕ ਹੈ, ਥੈਂਕ ਯੂ।